ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼ ਆਧਾਰਿਤ ਹੈ ਓਨਟਾਰੀਓ ਦੇ ਬਜਟ 2020 ਉੱਤੇ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਐਪੀਸੋਡ ਦੀ। ਓਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਆਪਣਾ ਦੂਜਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਨੂੰ 3 ਪਿਲਰਸ ਪ੍ਰੋਟੈਕਟ, ਸਪੋਰਟ ਅਤੇ ਰਿਕਵਰ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਓਨਟਾਰੀਓ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ 38.5 ਬਿਲੀਅਨ ਡਾਲਰ ਦਾ ਡੈਫਿਸਿਟ ਅਤੇ 187 ਬਿਲੀਅਨ ਡਾਲਰ ਦਾ ਖਰਚਾ ਪ੍ਰੋਜੈਕਟ ਕੀਤਾ ਹੈ। ਦੱਸ ਦਈਏ ਕਿ ਓਨਟਾਰੀਓ ਦੇ ਇਤਿਹਾਸ ਦੇ ਵਿੱਚ ਇਹ ਹੁਣ ਤੱਕ ਸਭ ਤੋਂ ਵੱਡੇ ਖਰਚੇ ਦੇ ਨਾਲ ਸਭ ਤੋਂ ਵੱਡੇ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਬਜਟ ਨੂੰ ਬੈਲੈਂਸ ਕਰਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜੇ ਗੱਲ ਕਰੀਏ ਰੈਕਡ ਬ੍ਰੇਕਿੰਗ ਡੈਫਿਸਿਟਸ ਦੀ, ਤੇ 2019 ਦੇ ਵਿੱਚ ਸਰਕਾਰ ਵੱਲੋਂ 8.7 ਬਿਲੀਅਨ ਡਾਲਰ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਗਿਆ ਸੀ, ਪਰ ਪੈਂਡੈਮਿਕ ਤੋਂ ਬਾਅਦ ਸਰਕਾਰ ਨੇ ਆਪਣਾ ਪਹਿਲਾ ਬਜਟ ਰਿਲੀਜ਼ ਕੀਤਾ, ਜੋ ਕਿ 8 ਮਹੀਨਿਆਂ ਦੇ ਡਿਲੇ ਤੋਂ ਬਾਅਦ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਸਰਕਾਰ ਨੇ 2020-2021 ਲਈ 38.5 ਬਿਲੀਅਨ ਡਾਲਰ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਹੈ, ਜੋ ਕਿ ਓਨਟਾਰੀਓ ਦੇ ਹਿਸਟਰੀ ਦੇ ਵਿੱਚ ਸਭ ਤੋਂ ਵੱਡੇ ਡੈਫਿਸਿਟ ਨੰਬਰਸ ਹਨ। 2021-2022 ਲਈ 33.1 ਬਿਲੀਅਨ ਡਾਲਰ ਦਾ ਡੈਫਿਸਿਟ ਅਤੇ 2022-2023 ਲਈ 28.2 ਬਿਲੀਅਨ ਡਾਲਰ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਆંકੜੇ ਮੀਡੀਅਮ ਗਰੋਥ ਸਿਨੈਰੀਓ ਲਈ ਪ੍ਰੋਜੈਕਟ ਕੀਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਓਨਟਾਰੀਓ ਦੇ ਵਿੱਚ ਇਕਨੋਮਿਕ ਗਰੋਥ ਸਲੋ ਹੁੰਦੀ ਹੈ ਤੇ 2021-2022 ਦਾ ਡੈਫਿਸਿਟ 35.6 ਬਿਲੀਅਨ ਡਾਲਰ ਹੋਵੇਗਾ। ਇਸ ਦੇ ਨਾਲ ਹੀ 2022 ਅਤੇ 2023 ਦਾ ਡੈਫਿਸਿਟ 33.4 ਬਿਲੀਅਨ ਡਾਲਰ ਹੋਵੇਗਾ ਅਤੇ ਜੇਕਰ ਓਨਟਾਰੀਓ ਦੇ ਵਿੱਚ ਇਕਨੋਮਿਕ ਗਰੋਥ ਤੇਜ਼ ਹੁੰਦੀ ਹੈ ਤੇ 2021-2022 ਲਈ 27.7 ਬਿਲੀਅਨ ਡਾਲਰ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਗਿਆ ਹੈ ਅਤੇ 2022-2023 ਲਈ 21.3 ਬਿਲੀਅਨ ਡਾਲਰ ਦਾ ਡੈਫਿਸਿਟ ਪ੍ਰੋਜੈਕਟ ਕੀਤਾ ਗਿਆ ਹੈ। ਜੇ ਗੱਲ ਕਰੀਏ ਰੈਕਡ ਬ੍ਰੇਕਿੰਗ ਸਪੈਂਡਿੰਗ ਦੀ, ਤੇ 2019-2020 ਲਈ 164.8 ਬਿਲੀਅਨ ਡਾਲਰ ਦਾ ਖਰਚਾ ਦੱਸਿਆ ਗਿਆ ਸੀ, ਪਰ ਇਸ ਸਾਲ ਸਰਕਾਰ ਨੇ 2020-2021 ਲਈ 187 ਬਿਲੀਅਨ ਡਾਲਰ ਦਾ ਖਰਚਾ ਦੱਸਿਆ ਹੈ, ਯਾਨੀ ਕਿ ਖਰਚਿਆਂ ਦੇ ਵਿੱਚ 13% ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਓਨਟਾਰੀਓ ਦੇ ਇਤਿਹਾਸ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖਰਚਾ ਦੱਸਿਆ ਗਿਆ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਓਨਟਾਰੀਓ ਦੇ ਕਰਜ਼ੇ ਦੀ, ਤੇ 2019-2020 ਦੇ ਵਿੱਚ 39.7% ਦਾ ਡੈਟ ਦੱਸਿਆ ਗਿਆ ਸੀ। 2020-2021 ਲਈ ਇਹ ਡੈਟ 47% ਦੱਸਿਆ ਗਿਆ ਹੈ। 2021-2022 ਲਈ 48.5% ਅਤੇ 2022-2023 ਲਈ 49.6% ਦਾ ਡੈਟ ਪ੍ਰੋਜੈਕਟ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਬਜਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਕਸ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਮਿਊਨਿਸਪੈਲਿਟੀਜ਼ ਨੂੰ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਕਰਨ ਦੀ ਇਜਾਜ਼ਤ ਦੇਵੇਗੀ। ਇਸ ਦੇ ਨਾਲ ਹੀ ਜੇ ਓਨਟਾਰੀਓ ਬਜਟ ਦੇ ਵਿੱਚ ਸਰਕਾਰ ਦੀ ਪ੍ਰਾਇਓਰਿਟੀਜ਼ ਦੀ ਗੱਲ ਕਰੀਏ, ਤੇ ਸਰਕਾਰ ਵੱਲੋਂ ਹੈਲਥ ਕੇਅਰ ਲਈ 64.6 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਇਸੇ ਤਰ੍ਹਾਂ ਐਜੂਕੇਸ਼ਨ ਲਈ, ਜਿਸ ਵਿੱਚ ਕਿੰਡਰਗਾਰਟਨ ਤੋਂ ਪੋਸਟ ਸੈਕੰਡਰੀ ਐਜੂਕੇਸ਼ਨ ਸ਼ਾਮਿਲ ਹੈ, ਉਸ ਲਈ 41.7 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਚਿਲਡਰਨ ਐਂਡ ਸੋਸ਼ਲ ਸਰਵਿਸਿਜ਼ ਲਈ 17.9 ਬਿਲੀਅਨ ਡਾਲਰ ਖਰਚੇ ਜਾਣਗੇ ਅਤੇ ਇੰਟਰਸਟ ਔਨ ਡੈਟ ਲਈ 12.5 ਬਿਲੀਅਨ ਡਾਲਰ ਰੱਖੇ ਗਏ ਹਨ। ਸ਼ੁਰੂਆਤ ਕਰਾਂਗੇ ਹੈਲਥ ਕੇਅਰ ਦੇ ਨਾਲ। ਓਨਟਾਰੀਓ ਸਰਕਾਰ ਵੱਲੋਂ ਟੈਸਟਿੰਗ, ਕੇਸ ਅਤੇ ਕੰਟੈਕਟ ਮੈਨੇਜਮੈਂਟ ਨੂੰ ਵਧਾਉਣ ਲਈ 1.4 ਬਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਗਿਆ ਹੈ। 2250 ਹਸਪੀਟਲ ਬੈੱਡਸ ਲਿਆਉਣ ਲਈ 391 ਮਿਲੀਅਨ ਡਾਲਰ ਖਰਚੇ ਜਾਣਗੇ। ਸਰਜੀਕਲ ਬੈਕਲੌਗ ਨੂੰ ਹੈਂਡਲ ਕਰਨ ਲਈ 284 ਮਿਲੀਅਨ ਡਾਲਰ ਅਤੇ ਲੌਂਗ ਟਰਮ ਕੇਅਰ ਰੈਜ਼ੀਡੈਂਟਸ ਦੀ ਡੇਲੀ ਡਾਇਰੈਕਟ ਕੇਅਰ ਦੇ ਵਿੱਚ 4 ਘੰਟਿਆਂ ਦਾ ਵਾਧਾ ਕੀਤਾ ਜਾਏਗਾ। ਇਸੇ ਤਰ੍ਹਾਂ ਸੀਨੀਅਰਸ ਦੀ ਮਦਦ ਲਈ ਸਰਕਾਰ ਵੱਲੋਂ ਸੀਨੀਅਰਸ ਹੋਮ ਸੇਫਟੀ ਟੈਕਸ ਕ੍ਰੈਡਿਟ ਐਲਾਨਿਆ ਗਿਆ ਹੈ, ਜਿਸ ਅਧੀਨ ਸੀਨੀਅਰਸ ਨੂੰ ਘਰ ਦੇ ਵਿੱਚ ਸੁਰੱਖਿਅਤ ਰੱਖਣ ਲਈ ਜਿਸ ਘਰ ਦੇ ਵਿੱਚ ਬਜ਼ੁਰਗ ਰਹਿ ਰਹੇ ਹਨ, ਉਸ ਘਰ ਦੀ ਮੁਰੰਮਤ ਉੱਤੇ ਖਰਚ ਕੀਤੇ ਗਏ 10,000 ਡਾਲਰ ਉੱਤੇ 25% ਦੀ ਛੋਟ ਦਿੱਤੀ ਜਾਏਗੀ, ਯਾਨੀ ਕਿ 2,500 ਡਾਲਰ ਵਾਪਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਲਈ ਸਰਕਾਰ ਵੱਲੋਂ ਪੈਂਡੈਮਿਕ ਕਾਰਨ 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰ ਬੱਚੇ ਲਈ ਲਰਨਿੰਗ ਅਤੇ ਨਵੇਂ ਤਰੀਕਿਆਂ ਉੱਤੇ ਹੋਣ ਵਾਲੇ ਖਰਚੇ ਕਾਰਨ ਮਾਪਿਆਂ ਨੂੰ 200 ਡਾਲਰ ਪਰ ਚਾਈਲਡ ਦਿੱਤੇ ਜਾਣਗੇ ਅਤੇ 21 ਸਾਲ ਤੱਕ ਦੇ ਸਪੈਸ਼ਲ ਨੀਡਸ ਬੱਚਿਆਂ ਦੇ ਸਹਿਯੋਗ ਲਈ 250 ਡਾਲਰ ਪਰ ਚਾਈਲਡ ਦਿੱਤੇ ਜਾਣਗੇ। ਜੇ ਗੱਲ ਕਰੀਏ ਕਾਰੋਬਾਰੀਆਂ ਦੀ, ਤੇ ਸਮਾਲ ਬਿਜ਼ਨੈਸਿਸ ਦੇ ਸਹਿਯੋਗ ਲਈ 1000 ਡਾਲਰ ਤੱਕ ਦੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਗ੍ਰਾਂਟ ਐਲਾਨੀ ਗਈ ਹੈ ਅਤੇ ਬਿਜ਼ਨੈਸਿਸ ਦੀ ਆਨਲਾਈਨ ਪ੍ਰੈਜ਼ੈਂਸ ਨੂੰ ਵਧਾਉਣ ਲਈ ਮਦਦ ਕਰਨ ਵਾਸਤੇ ਸਰਕਾਰ ਵੱਲੋਂ
57 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜ਼ਨੈਸਸ ਦੀ ਮਦਦ ਲਈ ਸਰਕਾਰ ਵੱਲੋਂ ਮੀਡੀਅਮ ਅਤੇ ਲਾਰਜ ਇੰਡਸਟਰੀਅਲ ਅਤੇ ਕਮਰਸ਼ੀਅਲ EMPLOYERS ਨੂੰ ਇਲੈਕਟ੍ਰਿਸਿਟੀ ਬਿਲਸ ਉਤੇ 14% ਤੋਂ 16% ਸੇਵਿੰਗਸ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਵੱਲੋਂ ਬਿਜ਼ਨਸ ਐਜੂਕੇਸ਼ਨ ਟੈਕਸ ਰੇਟਸ ਦੇ ਵਿੱਚ ਕਟੌਤੀ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਹੜੇ ਬਿਜ਼ਨੈਸਸ ਦੀ ਪੇਰੋਲ 1 ਮਿਲੀਅਨ ਡਾਲਰ ਦੇ ਅੰਦਰ ਹੈ, ਉਹਨਾਂ ਨੂੰ ਹਮੇਸ਼ਾ ਲਈ EMPLOYER ਹੈਲਥ ਟੈਕਸ ਤੋਂ ਐਗਜ਼ੈਂਪਟ ਕੀਤਾ ਜਾਏਗਾ। ਜ਼ਿਕਰ ਹੋ ਗਿਆ ਕਿ ਪਹਿਲਾਂ ਇਸ ਐਗਜ਼ੈਂਪਸ਼ਨ ਲਈ ਪੇਰੋਲ ਦੀ ਲਿਮਿਟ 4,90,000 ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿੱਚ ਇੱਕ ਵੱਖਰਾ ਅਤੇ ਖਾਸ ਐਲਾਨ ਕੀਤਾ ਗਿਆ ਹੈ, ਉਹ ਹੈ ਟੂਰਿਜ਼ਮ ਇੰਡਸਟਰੀ ਨੂੰ ਵਧਾਉਣ ਦਾ ਐਲਾਨ। ਸਰਕਾਰ ਦਾ ਕਹਿਣਾ ਹੈ ਕਿ ਸਟੇਕੇਸ਼ਨ ਲਈ यानी कि ओंटारियो ਦੇ ਵਿੱਚ ਛੁੱਟੀਆਂ ਮਨਾਉਣ ਲਈ 20% ਟੈਕਸ ਕ੍ਰੈਡਿਟ ਦਿੱਤਾ ਜਾਏਗਾ, ਪਰ ਇਸ ਸੰਬੰਧੀ ਹੋਰ ਵੇਰਵੇ ਫਿਲਹਾਲ ਜਾਰੀ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ ਟੂਰਿਜ਼ਮ, ਕਲਚਰਲ ਅਤੇ ਸਪੋਰਟ ਗਰੁੱਪਸ ਲਈ 100 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ ਸੂਬੇ ਭਰ ਦੇ ਆਰਟਸ ਇੰਸਟੀਟਿਊਸ਼ਨਸ ਦੀ ਐਮਰਜੈਂਸੀ ਫੰਡਿੰਗ ਲਈ 25 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ ਓਂਟਾਰੀਓ ਭਰ ਦੇ ਵਿੱਚ ਇੰਟਰਨੈਟ ਕਨੈਕਟੀਵਿਟੀ ਦੇ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਬ੍ਰੌਡਬੈਂਡ ਇਨਫਰਾਸਟ੍ਰਕਚਰ ਬਣਾਉਣ ਲਈ ਅਗਲੇ 4 ਸਾਲਾਂ ਦੇ ਵਿੱਚ 680 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। Our plan has 3 pillars: protect, support, and recover. First, we are taking steps to protect people from this deadly virus by increasing our health investments to $15.2 billion. Second, we are building on our earlier relief to provide a total of $13.5 billion of direct support for families, workers, and employers, in addition to $11.3 billion in cash flow support. And third, we are removing barriers to recovery and providing $4.8 billion to protect and create jobs now and in the future. Mr. Speaker, this next phase of our action plan brings our COVID-19 response to $45 billion over 3 years. ਇਸ ਦੇ ਨਾਲ ਹੀ ਓਂਟਾਰੀਓ ਦੇ ਬਜਟ 2020 ਉੱਤੇ ਵਿਸਥਾਰ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਓਂਟਾਰੀਓ ਦੇ ਮਿਨਿਸਟਰ ਆਫ ਸਮਾਲ ਬਿਜ਼ਨੈਸਸ ਐਂਡ ਰੈਡ ਟੇਪ ਰਿਡਕਸ਼ਨ ਅਤੇ ਬ੍ਰੈਂਪਟਨ ਸਾਊਥ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਪ੍ਰਮੀਤ ਸਰਕਾਰੀਆ। ਸਤਿ ਸ਼੍ਰੀ ਅਕਾਲ ਪ੍ਰਮੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਬਹੁਤ-ਬਹੁਤ ਧੰਨਵਾਦ ਐਂਡ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਮੀਤ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਹ ਪਹਿਲੀ ਵਾਰੀ ਹੈਗਾ ਕਿ ਓਂਟਾਰੀਓ ਦੇ ਬਜਟ ਦੇ ਵਿੱਚ 3 ਵੱਖ-ਵੱਖ ਸਿਨੈਰੀਓਜ਼ ਜਿਹੜੇ ਹੈਗੇ ਨੇ ਉਹ ਪੇਸ਼ ਕੀਤੇ ਗਏ ਨੇ ਐਂਡ ਬੁੱਕਸ ਨੂੰ ਬੈਲੈਂਸ ਕਰਨ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਜੋ ਕਿ ਬਾਏ ਲਾਅ ਹਰ ਸਾਲ ਦੇ ਬਜਟ ਦੇ ਵਿੱਚ ਹੋਣੀ ਜ਼ਰੂਰੀ ਹੈ। ਇਸ ਦੇ ਵਿੱਚ ਜੋ ਇਸ ਸਮੇਂ ਦੇ ਵਿੱਚ ਦੇਖਦੇ ਹਾਂ ਜਿਹੜਾ ਡੈਫਿਸਿਟ ਉਹ $38.5 ਬਿਲੀਅਨ ਦੇ ਤਕਰੀਬਨ ਪਹੁੰਚ ਗਿਆ। ਇਸ ਵਿੱਚ ਕਈ ਚੀਜ਼ਾਂ ਹੈਗੀਆਂ। ਜਿਹੜਾ ਪੈਂਡੈਮਿਕ ਇਸ ਵਕਤ ਆ ਚੁੱਕਾ, ਸਾਨੂੰ ਹਿਸਟੋਰਿਕਲੀ ਇਹੋ ਜਿਹਾ ਕਦੀ ਸਮਾਂ ਨਹੀਂ ਮਿਲਿਆ ਆਪਾਂ ਨੂੰ ਵੀ ਇੱਕ ਪੈਂਡੈਮਿਕ ਦੇ ਵਿੱਚ ਜਾਂਦੇ ਹੋਏ ਸਾਨੂੰ ਇੰਨੀਆਂ ਮੁਸ਼ਕਲਾਂ ਆਈਆਂ ਹੋਈਆਂ। ਸੋ ਜਿਹੜੇ ਪ੍ਰੋਵਿੰਸ ਦਾ ਰੈਵਨਿਊ ਆਬਵੀਅਸਲੀ ਉਹ ਵੀ ਡਿਕਰੀਜ਼ ਕੀਤਾ ਗਿਆ, ਪਰ ਇਸ ਚੀਜ਼ ਨੂੰ ਅਸੀਂ ਨਹੀਂ ਇਗਨੋਰ ਕਰ ਸਕਦੇ ਵੀ ਇਸ ਵਕਤ ਸਾਨੂੰ ਸਪੈਂਡ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਅਸੀਂ ਕੋਈ ਵੀ ਰਿਸੈਸ਼ਨ ਦੇ ਵਿੱਚ ਜਾਂਦੇ, ਸਾਨੂੰ ਇਕੋਨਮੀ ਦੇ ਵਿੱਚ ਪੈਸੇ ਪਾਉਣ ਦੀ ਬਹੁਤ ਜ਼ਰੂਰਤ। ਜਿੱਦਾਂ 2007-8 ਦੇ ਵਿੱਚ ਫੈਡਰਲ ਗਵਰਨਮੈਂਟ ਸਟੀਵਨ ਹਾਰਪਰ ਦੇ ਉਹਨਾਂ ਨੇ ਪਾਈ ਸੀਗੇ। ਜਦੋਂ ਅਸੀਂ ਹੈਲਥ ਕੇਅਰ ਦੀ ਗੱਲ ਕਰਦੇ, ਅਸੀਂ ਕੋਈ ਐਕਸਪੈਂਸ ਨਹੀਂ ਛੱਡ ਸਕਦੇ ਜਿਸ ਦੇ ਵਿੱਚ ਲੋਕਾਂ ਦੀ ਸਪੋਰਟ ਨਾ ਕੀਤੀ ਜਾਵੇ, ਚਾਹੇ ਸਾਡੇ ਹਸਪੀਟਲਸ ਹੋਵੇ, ਚਾਹੇ ਸਾਡੀ ਟੈਸਟਿੰਗ ਕੈਪੈਸਿਟੀ ਦੇ ਵਿੱਚ। ਸੋ ਪੈਥ ਟੂ ਬੈਲੈਂਸ ਜਿਹੜਾ ਬਜਟ ਹੈਗਾ ਉਹ ਸਾਡੇ ਕੋਲ ਜ਼ਰੂਰ ਅਸੀਂ ਉਹਦੇ ਉੱਤੇ ਫੋਕਸ ਹੈਗਾ ਵੀ ਜਿਹੜੀ ਸਾਡੀ ਇੰਟਰਮ ਅੱਜ ਦੀ ਲੋੜ ਹੈਗੀ, ਅੱਜ ਦੀ ਸਪੋਰਟ ਦੀ ਗੱਲ ਹੈ, ਉਹ ਲੋਕਾਂ ਦੀ ਸਪੋਰਟ, ਬਿਜ਼ਨੈਸਿਸ ਦੀ ਸਪੋਰਟ, ਉਸ ਦੇ ਵਿੱਚ ਸਪੈਂਡਿੰਗ ਇਨਕਰੀਜ਼ ਕਰਨ ਦੀ ਸਾਨੂੰ ਜ਼ਰੂਰਤ ਸੀਗੀ। ਪਰ ਸਾਡੀ ਗਵਰਨਮੈਂਟ ਕੋਈ ਵੀ ਤੁਸੀਂ ਦੇਖ ਲਓ, ਹਮੇਸ਼ਾ ਸਾਨੂੰ ਫਿਸਕਲੀ ਰਿਸਪੋਂਸਿਬਲ ਰਹਿਣ ਦੇ ਵਿੱਚ ਅਸੀਂ ਹਮੇਸ਼ਾ ਆਪਣਾ ਪ੍ਰਾਇਓਰਿਟੀ ਰੱਖਦੇ ਹਾਂ। ਇਹ ਵੀ ਜਿਹੜੀ ਸਪੈਂਡਿੰਗ ਆ, ਤੁਸੀਂ ਹੋਰ ਗਵਰਨਮੈਂਟ ਨੂੰ ਕੰਪੇਅਰ ਕਰ ਲਓ, ਅਸੀਂ ਬਹੁਤ ਵਧੀਆ ਤਰੀਕੇ ਨਾਲ ਲਾ ਰਹੇ ਪੈਸੇ ਜਿੱਥੇ ਇਫੈਕਟ ਹੈ, ਜਿੱਥੇ ਲੋੜ ਹੈਗੀ ਆ। ਪਰ ਅਸੀਂ ਇਸ ਸਮੇਂ ਲੋਕਾਂ ਨੂੰ ਸਪੋਰਟ ਕਰਨ ਦੇ ਲਈ ਸਾਨੂੰ ਇਹ ਸਪੈਂਡਿੰਗ ਕਰਨੀ ਪਊਗੀ। ਲੋਕਾਂ ਨੂੰ ਸੇਫ ਰੱਖਣ ਲਈ, ਹਸਪੀਟਲ ਠੀਕ ਰੱਖਣ ਲਈ, ਵਧਾਉਣ ਦੀ ਕੈਪੈਸਿਟੀ ਲਈ, ਹੋਰ ਬਣਾਉਣ ਦੇ ਲਈ ਉੱਥੇ ਵੀ ਸਾਨੂੰ ਸਪੋਰਟ ਕਰਨ ਦੀ ਲੋੜ ਹੈ। ਐਂਡ ਦੈਟਸ ਐਗਜ਼ੈਕਟਲੀ ਵਾਟ ਵੀ ਆਰ ਟ੍ਰਾਈਂਗ ਟੂ ਡੂ। ਜੀ, ਓਂਟਾਰੀਓ ਸਰਕਾਰ ਵੱਲੋਂ ਹੈਲਥ ਕੇਅਰ ਲਈ, ਐਜੂਕੇਸ਼ਨ ਲਈ, ਫੈਮਲੀਜ਼ ਲਈ, ਸੋਸ਼ਲ ਸਰਵਿਸਿਜ਼ ਲਈ ਇਨਵੈਸਟਮੈਂਟਸ ਐਲਾਨੀਆਂ ਗਈਆਂ ਹਨ ਇਸ ਬਜਟ ਦੇ ਵਿੱਚ, ਔਰ ਉਸ ਵਿੱਚੋਂ ਇੱਕ ਇਹ ਵੀ ਹੈਗਾ ਕਿ ਪਰਿਵਾਰਾਂ ਦੀ ਮਦਦ ਲਈ ਪਰ ਚਾਈਲਡ $200 ਐਂਡ $250 ਜਿਹੜੇ ਨੇ ਉਹ ਦਿੱਤੇ ਜਾਣਗੇ। ਸੋ ਸਵਾਲ ਇਹ ਹੈ ਕਿ ਕਦੋਂ ਤੱਕ ਉਹ ਦਿੱਤੇ ਜਾਣਗੇ ਐਂਡ ਕਿੰਨੇ ਸਮੇਂ ਲਈ ਇਹ ਜਿਹੜੀ ਮਦਦ ਹੈਗੀ ਹੈ ਪਰਿਵਾਰਾਂ ਦੀ ਉਹ ਕੀਤੀ ਜਾਏਗੀ? ਹਾਂਜੀ, ਇਸ ਦੇ ਵਿੱਚ ਜੇ ਅਸੀਂ ਬੱਚਿਆਂ ਵੱਲ ਵੇਖੀਏ, ਜਿਹੜੇ 12 ਸਾਲ ਤੋਂ ਛੋਟੇ ਬੱਚੇ ਹੈਗੇ ਉਹਨਾਂ ਨੂੰ $200, ਜਿਹੜੇ ਸਪੈਸ਼ਲ ਨੀਡਸ 250 ਪਰ ਚਾਈਲਡ ਮਿਲੂਗਾ। ਇਹ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਸੀ, ਜਦੋਂ ਮਾਰਚ ਵਿੱਚ ਵੀ ਸੀਗਾ, ਉਦੋਂ ਵੀ ਉਹ ਮਿਲ ਚੁੱਕੇ ਸੀ। ਹੁਣ ਉਹ ਉੱਦਾਂ ਹੀ ਬਹੁਤ ਵੈਰੀ ਸਿੰਪਲ, ਤੁਸੀਂ ਆਨਲਾਈਨ ਆਪਣਾ ਪ੍ਰੋਫਾਈਲ ਫਿਲ ਕਰਕੇ ਤੁਹਾਨੂੰ ਉਸੇ ਵੇਲੇ ਮਿਲ ਜਾਊਗੀ। ਉਹ ਜਿਹੜਾ ਲਾਂਚ ਜਦੋਂ ਹੋਊਗਾ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਦਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ, ਵੀਕਾਂ ਦੇ ਵਿੱਚ ਉਹਨੇ launch or but it's just a once again another program from before.
ਜਿਹੜੀ ਸਾਡੀ ਸੀਨੀਅਰ ਦੀ ਸਪੋਰਟ ਹੈ ਉਹਦੇ ਵਿੱਚ ਜਿਹੜਾ ਐਨੂਅਲ ਗੇਨ ਪ੍ਰੋਗਰਾਮ ਹੁੰਦਾ ਉਹਨੂੰ ਵੀ ਅਸੀਂ ਐਕਸਟੈਂਡ ਕੀਤਾ ਗਿਆ ਸੀਗਾ ਜਿੰਨੇ ਵੀ ਆਪਣੇ ਸੀਨੀਅਰਸ ਇਸ ਵਕਤ ਹੈਗੇ ਆ ਉਹ $75 million ਦੀ ਜਿਹੜੀ ਰਿਲੀਫ ਦਿੱਤੀ ਜਾ ਰਹੀ ਆ for 194,000 seniors ਇਸ ਦੇ ਨਾਲ ਇੱਕ ਨਵਾਂ ਟੈਕਸ ਕ੍ਰੈਡਿਟ ਵੀ ਦਿੱਤਾ ਜਾ ਰਿਹਾ ਸੋ ਜੇ ਤੁਸੀਂ ਕੋਈ ਵੀ ਸੀਨੀਅਰ ਦੇ ਲਈ ਇੰਪਰੂਵਮੈਂਟ ਆਪਣੇ ਹਾਊਸ ਵਿੱਚ ਕਰਦੇ ਆ ਤੁਹਾਨੂੰ ਅਪ ਟੂ $10,000 ਸਪੈਂਡ ਕਰਦੇ ਤੁਹਾਨੂੰ 25% ਜਿਹੜਾ ਹੈਗਾ ਉਹ ਵਾਪਸ ਇੱਕ ਟੈਕਸ ਕ੍ਰੈਡਿਟ ਦੇ ਵਿੱਚ ਰਾਹੀਂ ਮਿਲੂਗਾ ਕਿਉਂਕਿ ਅਸੀਂ ਚਾਹੁੰਦੇ ਵੀ ਲੋਕਾਂ ਜਿਹੜੇ ਆਪਣੇ ਸੀਨੀਅਰਸ ਆਪਣੇ ਘਰਾਂ ਦੇ ਵਿੱਚ ਰੱਖਣ ਤੇ ਇਸ ਦੇ ਨਾਲ ਹੀ ਜੋ ਵੀ ਹੋਰ ਸਪੋਰਟਸ ਜਿਹੜੀਆਂ ਹੈਗੀਆਂ ਬਿਜ਼ਨੈਸਸ ਨੂੰ ਜਿਹੜੇ ਪ੍ਰਾਪਰਟੀ ਟੈਕਸ ਰਿਲੀਫ ਮਿਲ ਰਿਹਾ ਉਹਨਾਂ ਨੂੰ ਇਲੈਕਟ੍ਰਿਸਿਟੀ ਦੇ ਰਿਲੀਫ ਮਿਲ ਰਿਹਾ ਇਹ ਸਾਰੀਆਂ ਚੀਜ਼ਾਂ ਪਾ ਕੇ ਇਸ ਬਜਟ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸੀ ਜੀ ਬਿਲਕੁਲ ਔਰ ਜਿਹੜਾ ਚਾਈਲਡ ਸਪੋਰਟ ਹੈਗਾ ਇਜ਼ ਦੈਟ ਅ ਵਨ ਟਾਈਮ ਸਪੋਰਟ ਹਾਂਜੀ ਇਹ ਵਨ ਟਾਈਮ ਜਿਹੜੀ ਪੇਮੈਂਟ ਆ ਉਹ ਦਿੱਤੀ ਜਾਊਗੀ ਹਰ ਇੱਕ per child ਸੋ ਜੇ ਤੁਹਾਡੇ ਘਰ ਤਿੰਨ ਬੱਚੇ ਹੈਗੇ $200 per child ਜੇ ਸਪੈਸ਼ਲ ਨੀਡਸ ਕੋਈ ਬੱਚੇ ਹੈਗੇ ਆਪਣੇ ਉਹਨਾਂ ਨੂੰ ਵੀ ਐਕਸਟਰਾ ਫੰਡਿੰਗ $250 ਦੀ ਦਿੱਤੀ ਜਾਊਗੀ ਜੀ ਇਸੇ ਤਰ੍ਹਾਂ ਜੇ ਅਸੀਂ ਕੰਟੀਜੈਂਸੀ ਫੰਡ ਦੀ ਗੱਲ ਕਰੀਏ ਤੇ ਬਜਟ ਦੇ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਨੇ $2.65 ਬਿਲੀਅਨ ਜਿਹੜੇ ਨੇ ਉਹ ਰੱਖੇ ਨੇ ਔਰ ਫਾਈਨੈਂਸ ਮਿਨਿਸਟਰ ਰੌਡ ਫਿਲਿਪਸ ਦਾ ਕਹਿਣਾ ਹੈ ਕਿ ਉਹਨਾਂ ਨੇ ਉਹ ਸਾਈਡ ਤੇ ਰੱਖੇ ਨੇ ਸੋ ਦੈਟ ਜਦੋਂ COVID-19 ਦੀ ਕੋਈ ਨਵੀਂ ਐਮਰਜੈਂਸੀ ਆਉਂਦੀ ਹੈ ਤੇ ਉਸ ਲਈ ਉਸ ਨੂੰ ਖਰਚਿਆ ਜਾਏ ਪਰ ਕਿਉਂ ਸਰਕਾਰ ਉਸ ਫੰਡਸ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਉਹ ਟੈਸਟਿੰਗ ਕੈਪੈਸਿਟੀ ਨੂੰ ਵਧਾਉਣ ਲਈ ਜਾਂ ਫਿਰ ਜਿਹੜੇ ਕਲਾਸਰੂਮ ਦੇ ਸਾਈਜ਼ਸ ਨੇ ਉਸ ਨੂੰ ਘਟਾਉਣ ਲਈ ਖਰਚ ਰਹੀ ਅਸੀਂ ਅਜੇ ਤੱਕ ਕੋਈ ਐਕਸਪੈਂਸ ਨਹੀਂ ਛੱਡਿਆ ਜਿਹੜਾ ਹੈਲਥ ਕੇਅਰ ਦੇ ਵਿੱਚ ਅੱਜ ਦੇ ਬਜਟ ਵਿੱਚ ਅਸੀਂ ਆਪ ਵੇਖ ਰਹੇ ਵੀ ਕਿੰਨੀ ਸਪੈਂਡਿੰਗ ਹੋ ਰਹੀ ਹੈ $15.2 ਬਿਲੀਅਨ ਦੀ ਜਿਹੜੀ ਸਪੈਂਡਿੰਗ ਉਹ ਕੀਤੀ ਜਾ ਰਹੀ ਹੈ ਉਸ ਵਿੱਚ ਹਸਪੀਟਲਸ ਨੂੰ ਰੈਕੋਰਡ ਫੰਡਿੰਗ ਜਿਹੜੀ ਹੈਗੀ ਉਹ ਦਿੱਤੀ ਜਾ ਰਹੀ ਹੈ ਉਸ ਵਿੱਚ ਕੈਪੈਸਿਟੀ ਟੈਸਟਿੰਗ ਸਾਰੇ ਕੈਨੇਡਾ ਤੋਂ ਵੱਧ ਟੈਸਟਿੰਗ ਜਿਹੜੀ ਹੈਗੀ ਓਨਟਾਰੀਓ ਵਿੱਚ ਤੁਸੀਂ ਸਾਰੇ ਕੈਨੇਡਾ ਦੇ ਤੁਸੀਂ ਪ੍ਰੋਵਿੰਸ ਦੀ ਟੈਸਟਿੰਗ ਕੰਬਾਈਨ ਕਰ ਲਓ ਤੇ ਫਿਰ ਵੀ ontario ਜ਼ਿਆਦਾ ਟੈਸਟਿੰਗ ਕਰ ਰਿਹਾ ਉਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਸੋ ਜਿਹੜਾ ਵੀ ਸਾਡਾ ਚਾਹੇ ਐਜੂਕੇਸ਼ਨ ਦੇ ਵਿੱਚ ਹੈਗਾ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਜਿਹੜੇ ਸਾਡੇ ਸਕੂਲ ਚੱਲ ਰਹੇ ਆ ਚਾਹੇ ਆਨਲਾਈਨ ਲਰਨਿੰਗ ਹਰ ਕੋਈ ਆਪਸ਼ਨ ਹੈਗਾ ਪਰ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਇਸ ਵਕਤ ਜਿਹਦੇ ਵਿੱਚ ਹਰ ਇੱਕ ਦੀ ਸੇਫਟੀ ਦੇ ਰਾਹੀਂ ਫੋਕਸ ਕੀਤੀ ਜਾ ਰਹੀ ਹੈ ਚਾਈਲਡ ਕੇਅਰ ਸਪੇਸ ਜਿਹੜੇ ਹੈਗੇ ਉਹ ਵੀ ਦੇ ਵਿੱਚ ਵੀ ਡਬਲ ਕਮਿਟਮੈਂਟ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਦੀ ਸਪੋਰਟ ਕੀਤੀ ਜਾਵੇ ਗਵਰਨਮੈਂਟ ਵੱਲੋਂ ਕੋਈ ਐਕਸਪੈਂਸ ਇਹੋ ਜਿਹਾ ਨਹੀਂ ਛੱਡਿਆ ਜਾ ਰਿਹਾ ਤੇ ਉਹ ਸਾਡੇ ਚਾਹੇ ਤੁਸੀਂ ਡੈਫਿਸਿਟ ਦੇ ਵਿੱਚ ਚਾਹੇ ਸਾਡੇ ਗਵਰਨਮੈਂਟ ਦੇ ਵਿੱਚ ਵੇਖ ਲਓ ਇਸ ਬਜਟ ਦੇ ਵਿੱਚ ਉਹੀ ਪੇਸ਼ ਹੈ both from the three pillars whether it's direct support whether it is the recovery mechanism or whether it's protecting people जी लास्ट क्वेश्चन आई वांट टू डिस्कस इज अबाउट स्टेकेशन ਜਿਹੜਾ ਕਿ ontario ਦੇ ਵਿੱਚ ਪਹਿਲੀ ਵਾਰੀ ਸਰਕਾਰ ਨੇ ਇੰਟਰੋਡਿਊਸ ਕੀਤਾ ਹੈਗਾ ਸੋ ਪਹਿਲਾਂ ਕਦੀ ਅਸੀਂ ਨਹੀਂ ਦੇਖਿਆ ਡੈਫੀਨਿਟਲੀ ਅ ਗੁੱਡ ਵੇ ਟੂ ਐਕਸਪੈਂਡ ontario's ਟੂਰਿਜ਼ਮ ਇੰਡਸਟਰੀ ਸੋ ਸਰਕਾਰ ਦਾ ਕਹਿਣਾ ਹੈ ਕਿ ontario ਦੇ ਵਿੱਚ ਵੈਕੇਸ਼ਨ ਕਰਨ ਲਈ ontarians ਨੂੰ ਟੈਕਸ ਕ੍ਰੈਡਿਟ ਦਿੱਤਾ ਜਾਏਗਾ ਇਸ ਦੀ ਪੂਰੀ ਡਿਟੇਲ ਕੀ ਹੈਗੀ ਹੈ ਕਦੋਂ ਤੱਕ ਜਿਹੜਾ ਹੈਗਾ ਹੈ ਟੈਕਸ ਕ੍ਰੈਡਿਟ ਇੰਟਰੋਡਿਊਸ ਹੋਏਗਾ ਹਾਂਜੀ as soon as it is safe to do so we want to roll it out ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਟੂਰਿਜ਼ਮ ਨੂੰ ਬਹੁਤ ਵੱਡਾ ਇਫੈਕਟ ਪਿਆ ਪਰ ਇੱਥੇ ontario ਦੇ ਵਿੱਚ ਬਹੁਤ ਇਹੋ ਜਿਹੇ ਥਾਂ ਹੈਗੇ ਜਿਹਦੇ ਵਿੱਚ ਅਸੀਂ ਵੇਖੇ ਨਹੀਂ ਜਾਂ ਵੇਖ ਸਕਦੇ ਹਾਂ ਸੋ ontario ਦੇ ਵਿੱਚ ਰਹਿ ਕੇ ਹੀ ਅਸੀਂ ਚਾਹੁੰਦੇ ਵੀ ਲੋਕ ਆਪਣੇ ਅਸੀਂ ਹਰ ਇੱਕ ਦੀ ਸਪੋਰਟ ਕਰਾਂਗੇ ਸੋ ਜਿਹੜਾ 20% ਟੈਕਸ ਕ੍ਰੈਡਿਟ ਹੈਗਾ ਇੱਥੇ ਹੋਰ ਡਿਟੇਲ ਜਿਹੜੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕੀਤੇ ਜਾਓਗੇ ਪਰ ਜੇ ਤੁਸੀਂ ਕਹਿ ਲਓ ਮਸਕੋਕਾ ਵੱਲ ਵੈਕੇਸ਼ਨ ਕਰਨਗੇ ਜਾਂ ਤੁਸੀਂ ਨਾਇਗਰਾ ਫਾਲਸ ਇਵਨ ਜਾ ਰਹੇ ਆ ਜਾਂ ਹੋਰ ਥਾਵਾਂ ਤੇ ਜਾ ਰਹੇ ਆ ਅਪ ਨਾਰਥ ਜਾ ਰਹੇ ਆ ਹੰਟਸਵਿਲ ਹੋ ਗਿਆ ਟਿਮਿਨਸ ਹੋਇਆ ਸੂ ਸੇਂਟ ਮਰੀ ਕੋਈ ਵੀ ਇਹੋ ਜਿਹੀ ਐਕਸਪਲੋਰ ਕਰਨ ਦਾ ਅਸੀਂ ਇਸੇ ਚੀਜ਼ ਨੂੰ ਵੇਖ ਰਹੇ ਵੀ ontario ਦੀ ਇਕਨੋਮੀ ਸਟਰੋਂਗ ਹੋਵੇ ontario ਦੇ ਜਿਹੜੇ ਹੋਟਲਸ ਹਸਪਿਟੈਲਿਟੀ ਇੰਡਸਟਰੀ ਉਹਨਾਂ ਦੀ ਸਪੋਰਟ ਕਰਨ ਦੇ ਲਈ ਅਸੀਂ ਇਹ ਜਿਹੜੇ ਹੈਗੇ ਆ ਮੈਜਰਸ ਪੇਸ਼ ਕੀਤੇ ਨੇ ਜੀ ਪ੍ਰਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਵੈਰੀ ਮਚ ਅਤੇ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਾਣਾਂਗੇ ਕਿ ontario ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ontario ਬਜਟ 2020 ਉੱਤੇ ਕੀ ਕਹਿਣਾ ਹੈ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਆਧਾਰਿਤ ਹੈ ontario ਦੇ ਫਾਲ ਬਜਟ 2020 ਤੇ ontario ਸਰਕਾਰ ਦੇ ਇਸ ਸਾਲ ਦੇ ਬਜਟ ਉਤੇ ontario ਦੀ ਵਿਰੋਧੀ ਪਾਰਟੀਆਂ ਦੇ ਲੀਡਰ ਦਾ ਕੀ ਕਹਿਣਾ ਹੈ ਇਸ ਸੰਬੰਧੀ ਵਿਸਤਾਰ ਦੇ ਵਿੱਚ ਗੱਲਬਾਤ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ontario NDP ਲੀਡਰ ਐਂਡਰੀਆ ਹੌਰਵਰਥ Hello Ms. Horwath, it's a pleasure to have you on our show. It's always my pleasure, Jasleen. How are you? Good, how are you? I'm okay, thank you. Okay, as we will be discussing Ontario's budget, so I would like to start with your opinion on Ontario's budget. Well, you know, I'm quite shocked. The budget seems to have thrown up the white flag when it comes to the fight against COVID-19, and the message it's sending to Ontarians is you're on your own.
And that's pretty frightening considering what's happening with the second wave. Ms. Horwath, we see that Ontario government has announced a record-breaking deficit and record-breaking spending with no information on balancing a budget. So what do you think, where government could have saved and invested somewhere else to better assist Ontarians? Well, I mean, first of all, I think most jurisdictions around the world acknowledge that in the brink of the existing economic and health crisis that we're facing with COVID-19, it's not a time to worry about deficits. It's a time to support families and businesses. But what we see in this budget is that the government's not adding any new measures to fight COVID-19. So for all those folks in long-term care who haven't been getting what they deserve in terms of their quality of care, you're on your own. Those long-term care homes are on their own to try to, figure out how to do better, because the government's not changing anything when it comes to long-term care. In fact, they're actually spending $100 million less than what they were saying they were going to spend back in March. So really going in the wrong direction. If you're a school board trying to make sure those classrooms are safer and getting those class sizes down, you're on your own. The government hasn't put any more money in there. And really troubling as well, they're not adding any money to public health. So contact tracing and testing and lab capacity, that's not going to be improved because the government hasn't invested any more money. And as you know, I've been really worried about small businesses and Main Street. And again, nothing in there to help those really small mom and pop, small businesses, a lot of family businesses, nothing really in there to help. I mean, the government talks about tax breaks, employer health tax and other kinds of taxes. But if you're not bringing in any revenue and you can't pay, the mortgage or the rent, a tax break down the road is not going to help you. So all of those businesses that we're slowly seeing being boarded up in communities right across Ontario, this budget's not going to help stem that tragic loss of business and of course the workers that are losing their jobs as well. I saw that you were also stressing on reducing class sizes. Achieving that would cost billions of dollars. No doubt borrowing money is cheap these days, but do you think Ontario government could afford to do that? Well, Jasleen, it's all about your priorities when it comes to a budget, when your priorities and your choices. And I think the government's priorities shifted away from the fight against COVID-19. And so that's not what I would have done. If I were the premier, I wouldn't have done that. I would have focused more on COVID-19. I would have dealt with the long-term care, hands-on care. I would have dealt with the school sizes. I would have put an army of more public health workers into the mix. I would have been hiring more teachers and getting those class sizes down. Because for me, the fight against COVID-19 is the most important thing. We'll never get our economy back if we don't fight out this pandemic, with everything we've got. And the government's decided simply not to do that. No extra supports for the hospitals, who at this point are indicating that they're together, all the hospitals together have a cumulative deficit right now of $850 million because the government's not writing the checks. They're not sending the money. So a hospital's got to worry now about making payroll because Mr. Ford is being stingy with the finances. It's absolutely, it's terrifying, really. All right, last question to you. Anything in the budget that satisfies you? Well, again, I just think the government's focus was wrong. I think they once again are suggesting that they're spending some huge amount of money when in fact you look at the details and they're not. So similar to last time when they tried to fool people into believing they were doing some great things. They used this big number of $45 billion, but that's money already spent, and that's money going to be spent 5 years down the road to build more long-term care homes. So it's disingenuous, and I think that really sells Ontarians short. But we do have a lot of tourism industry folks who are really worried, and this suggestion that maybe something to help with tourism is probably a good thing, but
but there's no details. There's no details on exactly what the government's got in mind there. So altogether, I just think this budget didn't hit the mark, and Ontarians deserve a government that's going to give them hope, a government that they feel like it's fighting for them, and that's not what we see in this budget. And now joining with us, Ontario's Liberal leader, Stephen Del Duca. Hello, Mr. Del Duca. It's a pleasure to have you on our show. Hello, Mr. Del Duca. How are you doing? I'm doing really well. Thank you so much for having me on. Pleasure to have you on our show. As we will be talking about Ontario's budget, I would like to start with you calling it a betrayal. Why do you think it's a betrayal? I think there are so many different groups of people in Ontario who've been hit very hard by the COVID-19 pandemic, like our vulnerable seniors living in nursing homes, our kids and frontline education workers in publicly funded schools across Ontario, and women, people of color, Black people, Indigenous people who've largely been displaced economically, lost their jobs, or being underemployed during this pandemic. And in yesterday's budget, I saw nothing that showed me that Doug Ford understands that their needs are an urgent priority. He seems to me to be far more interested in helping his friends, people he owes political favors to, people who don't really need his help, instead of helping those who are the most vulnerable right now. And that's why I think it was a betrayal of the people of Ontario. Talking about the support for businesses, Ontario government did announce that major hydro users in commercial and industrial sectors will get $1.3 billion worth rate reductions over next 3 years. And Ontario Chamber of Commerce is quite pleased with the budget supporting businesses, especially small businesses. Yeah, no, I understand that, but I can remember in the last election campaign that Doug Ford looked at the people of Ontario and made a really important commitment. His promise to you and everyone else in this province was that if he was elected premier, he would deliver an additional 12% reduction on homes, residential electricity bills. It's now nearly 2.5 years since the last election campaign, and Doug Ford is refusing to fulfill that commitment. In short, Doug Ford, when he wanted your vote, chose to lie about what he was going to do around residential electricity bills. And so while it's important to support small businesses, I believe it's also really important to honor one's commitments. And again, when you think about the people who've been hit so hard during this pandemic, some of the people that I just talked about a second ago, they also need relief. And so I have to wonder, where is Doug Ford's commitment to help people with their residential electricity bills? It's disappeared. Mr. Del Duca, as we also see that Ontario budget revealed there is $2.65 billion left over in contingency fund, and Ontario's finance minister Rod Phillips said that he is comfortable in keeping that money for new COVID-19 problems. Do you agree with it? No, I think some of that money could have definitely been used to invest in the things I've just talked about a second ago. For example, guaranteeing the parents of Ontario that we're going to cap class sizes and make them small, making sure that our vulnerable seniors who have faced tragic circumstances in nursing homes have an increase in the number of hours of care that they're getting, not in 5 years like Doug Ford's talked about, but immediately, paying personal support workers more for the work that they have to do and making that increase in their pay permanent instead of having it end in March like Doug Ford is committed to do. There was so much more that could have been done that would have had a direct impact in a good way on the people who need Doug Ford's help. But again, he has betrayed the people of Ontario. He would rather reward his friends. He's taking us down the wrong path, and that's not good enough for the Ontario that I'm fighting for. All right, last question to you. Anything in this budget that satisfies you? Look, at the end of the day, I think there's a lot of really good talk in this budget. I think that they talked about extending broadband service to parts of Ontario that don't have broadband service. They've talked a really good game about building up resiliency in the province. It remains to be seen if they're serious about those commitments. But most importantly, I think this budget demonstrates that Doug Ford's values are out of sync with the people of Ontario. He does not have the priorities that we need a premier to have at this moment to move Ontario forward. So we will continue to hold him to account, his government to account. Most importantly, Ontario Liberals will soon be putting in front of the people of Ontario a positive, forward-looking plan for how to get through the pandemic, build up our resiliency, and create a future for Ontario that everybody deserves. And that's something that I'm very focused on.
सो हेडलाइन कैनेडा विच ऐसी साडी अज दी खास पेशकश ओंटारियो दे बजट 2020 उत्ते। जे तुहाडा कोई विचार है या फिर कोई सवाल है जो तुसी साडे नाल सांझा करना चाहते हो तो जरूर लिख के भेजो feedback@ptcnetwork.com ते। मिलांगे अगले हफ्ते, उदों तक लई मैनू दिओ इजाजत। देश दुनिया दीयां ताज़ा खबरां लई तुसी वेखदे रहो PTC न्यूज़।